ਸਤਿ ਸ਼੍ਰੀ ਅਕਾਲ। YouTube ਚੈਨਲ ਪੰਜਾਬੀ ਸਕੂਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵੱਲੋਂ ਛਾਪੀ ਹੋਈ 9ਵੀਂ ਜਮਾਤ ਦੀ ਪਾਠ ਪੁਸਤਕ ਸਾਹਿਤਿਕ ਰੰਗ ਭਾਗ ਪਹਿਲਾ ਵਿੱਚੋਂ ਇੱਕ ਇਕਾਂਗੀ ਕਰਾਂਗੇ। ਇਸ ਇਕਾਂਗੀ ਦਾ ਸਿਰਲੇਖ ਹੈ ਕਿਰਤ ਦਾ ਸਤਿਕਾਰ ਅਤੇ ਇਸ ਦੇ ਲੇਖਕ ਹਨ ਡਾਕਟਰ ਹਰਚਰਨ ਸਿੰਘ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਕਾਂਗੀ ਅਤੇ ਨਾਟਕ ਵਿੱਚ ਫਰਕ ਸਮਝਾਉਣਾ ਚਾਹਾਂਗੀ। ਇਕਾਂਗੀ ਇੱਕ ਅੰਕ ਦਾ ਯਾਨੀ ਕਿ ਇੱਕ ਐਪੀਸੋਡ ਦਾ ਨਾਟਕ ਹੀ ਹੁੰਦੀ ਹੈ। ਇਕਾਂਗੀ ਦਾ ਸਾਰਾ ਘਟਨਾਕ੍ਰਮ ਇੱਕ ਹੀ ਘਟਨਾ ਸਥਲ ਉੱਤੇ ਵਾਪਰਦਾ ਹੈ, ਜਦਕਿ ਨਾਟਕ ਵਿੱਚ ਇੱਕ ਤੋਂ ਜ਼ਿਆਦਾ ਘਟਨਾ ਸਥਲ ਹੋ ਸਕਦੇ ਹਨ। ਤਾਂ ਇਕਾਂਗੀ ਨਾਟਕ ਦੇ ਮੁਕਾਬਲੇ ਛੋਟੀ ਵੀ ਹੁੰਦੀ ਹੈ। ਡਾਕਟਰ ਹਰਚਰਨ ਸਿੰਘ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਨਾਟਕਕਾਰ ਹਨ। ਉਹਨਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਇਕਾਂਗੀ ਲਿਖੇ ਅਤੇ ਬਹੁਤ ਸਾਰੇ ਨਾਟਕ ਵੀ ਲਿਖੇ। ਉਹਨਾਂ ਨੇ ਸਭ ਤੋਂ ਪਹਿਲਾਂ ਆਪਣੀ ਧਰਮ ਪਤਨੀ ਤੋਂ ਆਪਣੇ ਨਾਟਕਾਂ ਵਿੱਚ ਅਭਿਨੈ ਕਰਵਾਇਆ। ਇਸ ਤਰ੍ਹਾਂ ਉਹਨਾਂ ਨੇ ਔਰਤਾਂ ਲਈ ਇਸ ਖੇਤਰ ਵਿੱਚ ਆਉਣ ਦਾ ਰਾਹ ਖੋਲ੍ਹਿਆ। ਉਸ ਤੋਂ ਪਹਿਲਾਂ ਨਾਟਕਾਂ ਵਿੱਚ ਔਰਤਾਂ ਦੇ ਪਾਤਰ ਵੀ ਮਰਦਾਂ ਵੱਲੋਂ ਹੀ ਨਿਭਾਏ ਜਾਂਦੇ ਸਨ। ਕਿਰਤ ਦਾ ਸਤਿਕਾਰ ਇਕਾਂਗੀ 1955 ਦੇ ਸਮੇਂ ਵਿੱਚ ਦਿੱਲੀ ਦੇ ਇੱਕ ਬੱਸ ਸਟੈਂਡ ਦੀ ਇੱਕ ਘਟਨਾ ਦਾ ਵਿਵਰਨ ਕਰਦੀ ਹੈ, ਜਿਸ ਵਿੱਚ ਕਿ ਸਾਨੂੰ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਜੋ ਅਮੀਰ ਵਰਗ ਹੈ ਸਮਾਜ ਦਾ, ਉਹ ਗਰੀਬ ਵਰਗ ਦਾ ਸ਼ੋਸ਼ਣ ਕਰਦਾ ਹੈ। ਅਤੇ ਦੂਸਰੀ ਚੀਜ਼ ਜੋ ਇਸ ਇਕਾਂਗੀ ਵਿੱਚ ਸਾਹਮਣੇ ਆਉਂਦੀ ਹੈ ਉਹ ਹੈ ਸਾਡੇ ਦੇਸ਼ ਵਿੱਚ ਕਿਰਤ ਦਾ ਸਤਿਕਾਰ ਯਾਨੀ ਕਿ ਹੱਥੀਂ ਕੰਮ ਕਰਨ ਦੇ ਸਤਿਕਾਰ ਦੀ ਕਮੀ ਦੀ। ਇੱਥੇ ਹਰ ਕੰਮ ਨੂੰ ਛੋਟੇ ਅਤੇ ਵੱਡੇ ਦੇ ਕੈਟਾਗਰੀ ਵਿੱਚ ਵੰਡਿਆ ਜਾਂਦਾ ਹੈ ਅਤੇ ਹੱਥੀਂ ਕੰਮ ਕਰਨ ਨੂੰ ਛੋਟਾ ਮੰਨਿਆ ਜਾਂਦਾ ਹੈ। ਆਓ ਹੁਣ ਇਸ ਇਕਾਂਗੀ ਵੱਲ ਵੱਧਦੇ ਹਾਂ। ਸਭ ਤੋਂ ਪਹਿਲਾਂ ਅਸੀਂ ਇਸ ਇਕਾਂਗੀ ਦਾ ਜੋ ਵੀ ਕਹਾਣੀ ਹੈ ਉਹ ਮੈਂ ਤੁਹਾਨੂੰ ਸਮਝਾਉਂਗੀ ਅਤੇ ਉਸ ਤੋਂ ਬਾਅਦ ਅਸੀਂ ਇਸ ਇਕਾਂਗੀ ਦੇ ਪ੍ਰਸ਼ਨ ਉੱਤਰ ਹੱਲ ਕਰਾਂਗੇ, ਜਿਸ ਵਿੱਚ ਕਿ ਮੁੱਖ ਤੌਰ 'ਤੇ ਅਸੀਂ ਇਕਾਂਗੀ ਵਿੱਚ ਮਿਲੇ ਪਾਤਰਾਂ ਦੇ ਚਰਿੱਤਰ ਚਿੱਤਰਨ ਅਤੇ ਇਕਾਂਗੀ ਦਾ ਵਿਸ਼ਾ ਵਸਤੂ ਅਤੇ ਇਸ ਤੋਂ ਇਲਾਵਾ ਹੋਰ ਵੀ ਜੋ ਜ਼ਰੂਰੀ ਪ੍ਰਸ਼ਨ ਨੇ ਉਹ ਕਰਾਂਗੇ। ਕਿਰਤ ਦਾ ਸਤਿਕਾਰ ਇਕਾਂਗੀ ਵਿੱਚ ਜੋ ਦਿੱਲੀ ਦੇ ਇੱਕ ਬੱਸ ਅੱਡੇ ਦਾ ਦ੍ਰਿਸ਼ ਹੈ, ਜਿੱਥੇ ਕਿ 3 ਬੰਦੇ ਅਤੇ ਇੱਕ ਇਸਤਰੀ ਬੱਸ ਦੀ ਉਡੀਕ ਕਰ ਰਹੇ ਹਨ। ਉਹਨਾਂ ਵਿੱਚ ਇੱਕ ਮੋਟਾ ਭਾਰਾ ਸੇਠ ਹੈ ਜਿਸਨੇ ਚਿੱਟੀ ਟੋਪੀ ਅਤੇ ਖੱਦਰ ਦੇ ਕੱਪੜੇ ਪਾਏ ਹੋਏ ਹਨ। ਉਹ ਕੁਝ ਕਾਹਲ ਅਤੇ ਘਬਰਾਹਟ ਵਿੱਚ ਹੈ ਕਿਉਂਕਿ ਉਸਦੀ ਬੱਸ ਛੁੱਟ ਗਈ ਹੈ ਅਤੇ ਉਸਦੇ ਨਾਲ ਉਸਦਾ ਮੁਨਸ਼ੀ ਵੀ ਹੈ। ਅਤੇ ਨਾਲ ਹੀ ਉੱਥੇ ਇੱਕ ਕੇਸਰ ਨਾਮ ਦਾ ਬੰਦਾ ਹੈ ਜੋ ਕਿ ਬਹੁਤ ਹੀ ਹਸਮੁਖ ਅਤੇ ਮਜ਼ਾਕੀਆ ਕਿਸਮ ਦਾ ਹੈ। ਉੱਥੇ ਇੱਕ ਔਰਤ ਵੀ ਖੜੀ ਹੋਈ ਹੈ ਜੋ ਕਿ ਮੱਧ ਵਰਗੀ ਸੋਚ ਦੀ ਧਾਰਨੀ ਹੈ ਅਤੇ ਨਾਲ ਹੀ ਆਧੁਨਿਕ ਸੋਚ ਵੀ ਰੱਖਦੀ ਹੈ। ਉਸ ਬੱਸ ਸਟੈਂਡ 'ਤੇ ਉਸੇ ਸਮੇਂ ਇੱਕ ਸਵਾਰੀ ਆਉਂਦੀ ਹੈ ਜਿਹੜੀ ਕਿ ਕਿਸੇ ਬੱਸ ਨੂੰ ਫੜਨਾ ਚਾਹੁੰਦੀ ਹੈ ਜੋ ਕਿ ਨਿਕਲ ਗਈ ਹੈ। ਉਹ ਬੱਸ ਹੁੰਦੀ ਹੈ 13 ਨੰਬਰ ਦੀ। ਉਹ ਸਾਰੇ ਜੋ ਵੀ ਲੋਕ ਉੱਥੇ ਬੱਸ ਸਟੈਂਡ 'ਤੇ ਖੜ੍ਹੇ ਹਨ ਉਹ ਸਾਰੇ ਵੀ 13 ਨੰਬਰ ਦੀ ਬੱਸ ਦੇ ਹੀ ਇੰਤਜ਼ਾਰ ਵਿੱਚ ਖੜ੍ਹੇ ਹਨ ਕਿਉਂਕਿ ਉਸ ਨੂੰ ਫੜ ਨਹੀਂ ਸਕੇ ਹੁੰਦੇ। ਉਹਨਾਂ ਵਿੱਚੋਂ ਸੇਠ ਬਹੁਤ ਜ਼ਿਆਦਾ ਕਾਹਲੀ ਵਿੱਚ ਹੁੰਦਾ ਹੈ ਕਿਉਂਕਿ ਉਹ ਇੱਕ ਬਿਜ਼ਨਸਮੈਨ ਹੈ, ਇੱਕ ਵਪਾਰੀ ਹੈ ਅਤੇ ਉਸਨੂੰ ਲੱਗਦਾ ਹੈ ਕਿ ਅਗਰ ਉਹ ਲੇਟ ਹੋ ਗਿਆ ਤਾਂ ਉਸਦੇ ਵਪਾਰ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਵੇਗਾ। ਕੇਸਰ ਉਸ ਨੂੰ ਕਹਿੰਦਾ ਹੈ ਕਿ ਉਹ ਜੇ ਇੰਨਾ ਹੀ ਕਾਹਲੀ ਵਿੱਚ ਹੈ ਤਾਂ ਟੈਕਸੀ ਲੈ ਕੇ ਚਲੇ ਜਾਵੇ, ਪਰ ਸੇਠ ਬਹੁਤ ਕੰਜੂਸ ਹੈ, ਉਹ ਟੈਕਸੀ ਵੀ ਨਹੀਂ ਲੈਣਾ ਚਾਹੁੰਦਾ। ਉਸੇ ਵਿੱਚ ਹੀ ਉਸ ਔਰਤ ਨਾਲ ਵੀ ਕੇਸਰ ਗੱਲਾਂ ਕਰਦਾ ਹੈ। ਇਹਨਾਂ ਗੱਲਾਂ ਕਰਦੇ ਕਰਦੇ ਹੀ ਉਸੇ ਟਾਈਮ ਉੱਥੇ ਇੱਕ ਮੁੰਡਾ ਆਉਂਦਾ ਹੈ ਜੋ ਕਿ ਬੂਟ ਪਾਲਿਸ਼ ਦਾ ਕੰਮ ਕਰਦਾ ਹੈ। ਉਹ ਹੋਕਾ ਦਿੰਦਾ ਹੈ ਕਿ ਬੂਟ ਪਾਲਿਸ਼ ਕਰਵਾ ਲਓ, ਬੂਟ ਪਾਲਿਸ਼ ਕਰਵਾ ਲਓ। ਅਤੇ ਇਸਤਰੀ ਜੋ ਕਿ ਮੱਧ ਵਰਗੀ ਸੋਚ ਰੱਖਦੀ ਹੈ ਉਹ ਕਹਿੰਦੀ ਹੈ ਕਿ ਇਹੋ ਜਿਹੇ ਲੋਕ ਬੜੇ ਹੁਸ਼ਿਆਰ ਹੁੰਦੇ ਨੇ, ਇਹ ਜਿੱਥੇ ਦੇਖ ਲੈਣ ਕਿ ਕੁਛ ਲੋਕ ਉਡੀਕ ਕਰ ਰਹੇ ਨੇ ਉੱਥੇ ਪਹੁੰਚ ਜਾਂਦੇ ਨੇ। ਕੇਸਰ ਇਸ ਚੀਜ਼ ਨੂੰ ਵੀ ਬਹੁਤ ਸਕਾਰਾਤਮਕ ਢੰਗ ਨਾਲ ਲੈਂਦਾ ਹੈ। ਉਹ ਕਹਿੰਦਾ ਸਗੋਂ ਚੰਗਾ ਹੈ ਕਿ ਵਿਹਲੇ ਬੰਦਿਆਂ ਨੂੰ ਕੰਮ ਲਾ ਰੱਖਦੇ ਨੇ, ਉਡੀਕ ਮਹਿਸੂਸ ਨਹੀਂ ਹੋਣ ਦਿੰਦੇ। ਉਹ ਮੁੰਡਾ ਸਭ ਤੋਂ ਪਹਿਲਾਂ ਔਰਤ ਨੂੰ ਕਹਿੰਦਾ ਹੈ ਕਿ ਬੀਬੀ ਜੀ ਆਪਣੇ ਸੈਂਡਲ ਪੋਲਿਸ਼ ਕਰਵਾ ਲਓ, ਲਿਸ਼ ਕਰਨ ਲੱਗ ਪੈਣਗੇ। ਉਹਨੂੰ ਪੈਸੇ ਪੁੱਛਦੀ ਹੈ ਕਿ ਤੂੰ ਕਿੰਨੇ ਲਵੇਂਗਾ। ਉਹ ਕਹਿੰਦਾ ਜਿੰਨੀ ਮਰਜ਼ੀ ਹੋਈ ਦੇ ਦਿਓ। ਫਿਰ ਉਹ ਮੁੰਡਾ ਉਸ ਔਰਤ 'ਤੇ ਸੈਂਡਲ ਪੋਲਿਸ਼ ਕਰਨ ਲੱਗ ਪੈਂਦਾ ਹੈ ਅਤੇ ਉਹ ਔਰਤ ਉਸ 'ਤੇ ਪੋਲਿਸ਼ ਸੈਂਡਲ ਦੇਖ ਕੇ ਬਹੁਤ ਖੁਸ਼ ਹੁੰਦੀ ਹੈ ਕਿਉਂਕਿ ਉਹਨੇ ਬਹੁਤ ਸੋਹਣੇ ਪੋਲਿਸ਼ ਕੀਤੇ ਹੁੰਦੇ ਹਨ। ਉਹ ਕਹਿੰਦੀ ਹੈ ਕਿ ਬਿਲਕੁਲ ਸ਼ੀਸ਼ੇ ਵਾਂਗ ਚਮਕ ਗਏ ਹਨ, ਬਹੁਤ ਸੋਹਣੀ ਪੋਲਿਸ਼ ਤੂੰ ਕਰਦਾ। ਅਤੇ ਇਸੇ ਸਮੇਂ ਕੇਸਰ ਮਜ਼ਾਕ ਕਰਨ ਲੱਗਦਾ ਅਤੇ ਉਹਨੂੰ ਕਹਿੰਦਾ ਹੈ ਤੁਹਾਨੂੰ ਸ਼ੀਸ਼ਾ ਮਿਲ ਗਿਆ, ਹੁਣ ਤੁਸੀਂ ਮੇਕਅਪ ਸ਼ੁਰੂ ਕਰ ਦਿਓ। ਇਸ ਤੋਂ ਸਾਨੂੰ ਪਤਾ ਲੱਗਦਾ ਕਿ ਕੇਸਰ ਬਹੁਤ ਹੀ ਹਸਮੁਖ ਅਤੇ ਮਜ਼ਾਕੀਆ ਕਿਸਮ ਦਾ ਇਨਸਾਨ ਹੈ। ਤਾਂ ਅੱਗੇ ਫਿਰ ਇਸਤਰੀ ਉਸ ਮੁੰਡੇ ਨੂੰ ਕੁਛ ਪੁੱਛਣਾ ਸ਼ੁਰੂ ਕਰ ਦਿੰਦੀ ਹੈ, ਉਸ ਨਾਲ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰ ਦਿੰਦੀ ਹੈ। ਉਹਨੂੰ ਪੁੱਛਦੀ ਹੈ ਤੂੰ ਕਿੰਨੇ ਪੈਸੇ ਕਮਾ ਲੈਂਦਾ ਹੈ। ਉਹ ਫਿਰ ਦੱਸਦਾ ਹੈ ਕਿ ਮੈਂ ਇੱਕ ਦਿਨ 'ਚ ਰੁਪਈਆ ਜਾਂ ਢੇਲੀ ਕਮਾ ਲੈਂਦਾ। ਢੇਲੀ ਹੁੰਦੀ ਹੈ 50 ਪੈਸੇ। ਉਹ ਕਹਿੰਦੀ ਬਸ। ਉਹ ਬਹੁਤ ਹੈਰਾਨ ਹੁੰਦੀ ਹੈ। ਉਹ ਕਹਿੰਦਾ ਹਾਂ ਮੈਂ ਬਹੁਤ ਲਾਲਚ ਨਹੀਂ ਕਰਦਾ, ਬਸ ਜਿੰਨਾ ਕੁ ਫੀਸ ਅਤੇ ਕਿਤਾਬਾਂ 'ਤੇ ਖਰਚਾਉਣਾ ਹੁੰਦਾ ਉਹ ਮੈਂ ਕਮਾ ਲੈਂਦਾ ਅਤੇ ਰੋਟੀ ਜੋਗੀ ਮੇਰੀ ਮਾਂ ਕੱਪੜੇ ਸੀ ਕੇ ਕਮਾ ਲੈਂਦੀ ਹੈ।
ਫਿਰ ਉਹ ਪੁੱਛਦੀ ਹੈ ਕਿ ਤੇਰਾ ਪਿਓ ਨਹੀਂ ਹੈਗਾ, ਤਾਂ ਉਹ ਦੱਸਦਾ ਹੈ ਕਿ ਨਹੀਂ, ਮੇਰਾ ਪਿਓ ਜਿਹੜਾ ਪਾਕਿਸਤਾਨ ਜਦੋਂ ਵੰਡ ਹੋਈ ਸੀ ਉਸ ਸਮੇਂ ਕਤਲ ਹੋ ਗਿਆ ਸੀ। ਉਹਨੂੰ ਦੀ ਕਲਾਸ ਪੁੱਛਦੀ ਹੈ ਤੇ ਉਹ ਦੱਸਦਾ ਹੈ ਕਿ ਮੈਂ 9ਵੀਂ ਜਮਾਤ ਵਿੱਚ ਪੜ੍ਹਦਾ। ਸਕੂਲ ਬਾਰੇ ਪੁੱਛਦੀ ਹੈ ਤਾਂ ਬੱਸ ਸਟੈਂਡ ਦੇ ਸਾਹਮਣੇ ਜਿਹੜਾ ਸਕੂਲ ਹੁੰਦਾ ਉਸ ਵੱਲ ਇਸ਼ਾਰਾ ਕਰ ਦਿੰਦਾ ਹੈ। ਇਸਤਰੀ ਉਸਨੂੰ ਇਹ ਵੀ ਸਲਾਹ ਦਿੰਦੀ ਹੈ ਕਿ ਤੂੰ ਆਪਣੀ ਫੀਸ ਮਾफ़ ਕਰਵਾ ਲੈ। ਉਹ ਕਹਿੰਦਾ ਕਿ ਮੈਂ ਅਰਜੀ ਦਿੱਤੀ ਹੋਈ ਹੈ ਮਾफ़ ਕਰਵਾਉਣ ਲਈ। ਤੇ ਉਹ ਉਸ ਨਾਲ ਹੀ ਕੇਸਰ ਵੀ ਉਸ ਮੁੰਡੇ ਦੀ ਤਾਰੀਫ ਕਰਦਾ ਹੈ ਸਾਰੀਆਂ ਗੱਲਾਂ ਸੁਣ ਕੇ। ਮੁੰਡਾ ਜਿਹੜਾ ਹੈ ਉਹ ਬਹੁਤ ਹੀ ਸਵਾਭਿਮਾਨੀ ਹੈ। ਉਹ ਕਹਿੰਦਾ ਹੈ ਕਿ ਬਾਹਰਲੇ ਦੇਸ਼ਾਂ ਵਿੱਚ ਜਿਹੜੇ ਵਿਦਿਆਰਥੀ ਨੇ ਉਹ ਆਪ ਕਮਾ ਕੇ ਪੜ੍ਹਾਈ ਕਰਦੇ ਨੇ। ਤੁਸੀਂ ਵੀ ਸੁਣਿਆ ਹੋਣਾ, ਲੋਕੀ ਜਿਹੜੇ ਆਪਣੇ ਇੱਥੋਂ ਬੱਚੇ ਸਟੂਡੈਂਟ ਵੀਜ਼ਾ 'ਤੇ ਬਾਹਰ ਜਾਂਦੇ ਨੇ ਉਹ ਨਾਲ ਨਾਲ ਕਮਾਈ ਵੀ ਕਰਦੇ ਨੇ। ਕਹਿੰਦੇ ਪਰ ਸਾਡੇ ਦੇਸ਼ ਵਿੱਚ ਅਜੇ ਵੀ ਕੰਮ ਦਾ ਸਤਿਕਾਰ ਨਹੀਂ ਹੈ। ਇੱਥੇ ਅਗਰ ਕੋਈ ਬੂਟ ਪਾਲਿਸ਼ ਕਰਨ ਦਾ ਕੰਮ ਕਰ ਰਿਹਾ ਹੈ ਜਾਂ ਇਸ ਤਰ੍ਹਾਂ ਦਾ ਕੋਈ ਹੋਰ ਕੰਮ ਕਰ ਰਿਹਾ ਹੈ ਤਾਂ ਉਸਨੂੰ ਛੋਟਾ ਕੰਮ ਸਮਝਿਆ ਜਾਂਦਾ ਹੈ, ਜਦਕਿ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ। ਇਸਤਰੀ ਉਹਦੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੁੰਦੀ ਹੈ ਤੇ ਕਹਿੰਦੀ ਕਿ ਤੂੰ ਬਹੁਤ ਹੋਣਹਾਰ ਹੈ ਤੇ ਤੇਰੇ ਵਰਗੇ ਬੱਚੇ ਭਾਰਤ ਦਾ ਵੀ ਮਾਹੌਲ ਜਿਹੜਾ ਹੈ ਕੰਮ ਲਈ ਸਤਿਕਾਰ ਵਾਲਾ ਬਣਾ ਦੇਣਗੇ ਹੌਲੀ ਹੌਲੀ। ਉਸ ਨੂੰ ਸ਼ਾਬਾਸ਼ ਦਿੰਦੀ ਹੈ ਤੇ ਨਾਲ ਹੀ ਪਰਸ ਵਿੱਚੋਂ ਕੱਢ ਕੇ ਪੈਸੇ ਦਿੰਦੇ ਆ ਜੋ ਕਿ ਉਸਨੇ ਸੈਂਡਲ ਪਾਲਿਸ਼ ਕਰਵਾਏ ਹੁੰਦੇ ਹਨ, ਉਸਦੀ ਮਜ਼ਦੂਰੀ। ਉਹ ਉਸਨੂੰ ਦੁਆਨੀ ਦਿੰਦੀ ਹੈ। ਦੁਆਨੀ ਵੇਖ ਕੇ ਸੇਠ ਬਹੁਤ ਹੈਰਾਨ ਹੁੰਦਾ। ਉਹ ਕਹਿੰਦਾ ਬੀਬੀ ਜੀ ਤੁਸੀਂ ਤਾਂ ਰੇਟ ਹੀ ਵਿਗਾੜ ਦਿੱਤਾ, ਮੈਂ ਵੀ ਆਪਣੇ ਬੂਟ ਪਾਲਿਸ਼ ਕਰਵਾਉਣੇ ਸਨ। ਤਾਂ ਇਸਤਰੀ ਉਹਨੂੰ ਕਹਿੰਦੀ ਆ ਆਪਣਾ ਦਿਲ ਵੱਡਾ ਰੱਖੋ, ਇਹ ਤੇ ਕੋਈ ਗੱਲ ਨਹੀਂ ਗੀ। ਤੇ ਇਸ ਸਮੇਂ ਫਿਰ ਕੇਸਰ ਜਿਹੜਾ ਇੱਕ ਮਜ਼ਾਕ ਕਰਦਾ, ਦਿਲ ਹੈ ਹੀ ਕਿੱਥੇ, ਚਰਬੀ 'ਚ ਸਾਰਾ ਲੁਕਿਆ ਪਿਆ ਹੈ। ਮੁੰਡਾ ਸੇਠ ਜੀ ਨੂੰ ਕਹਿੰਦਾ ਕਿ ਤੁਸੀਂ ਆਪਣੇ ਪੈਰ ਅੱਗੇ ਕਰੋ, ਜੋ ਮਰਜ਼ੀ ਦੇ ਦਿਓ। ਤੇ ਸੇਠ ਦੇ ਬੂਟ ਪਾਲਿਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਸੇਠ ਆਪਣੇ ਪੈਰ ਪਿੱਛੇ ਖਿੱਚ ਲੈਂਦਾ ਹੈ। ਕੇਸਰ ਨੂੰ ਕਹਿੰਦਾ ਹੈ ਵੀ ਤੂੰ ਇੰਨੀਆਂ ਜੋ ਗੱਲਾਂ ਕਰ ਰਿਹਾ ਤੂੰ ਆਪਣੇ ਹੀ ਬੂਟ ਪਾਲਿਸ਼ ਕਰਵਾ ਲੈ। ਕੇਸਰ ਕਹਿੰਦਾ ਹੈ ਮੈਂ ਇੰਨਾ ਸੋਚਣਾ ਥੋੜ੍ਹੀ ਹੈ। ਉਹ ਮੁੰਡੇ ਨੂੰ ਕਹਿੰਦਾ ਕਿ ਲਿਆ ਤੂੰ ਮੇਰੇ ਬੂਟ ਪਾਲਿਸ਼ ਕਰ ਦੇ, ਤੇ ਆਪਣੇ ਬੂਟ ਪਾਲਿਸ਼ ਕਰਵਾਉਣ ਲੱਗ ਪੈਂਦਾ ਹੈ। ਤੇ ਨਾਲ ਹੀ ਮੁੰਡਾ ਜਿਹੜਾ ਹੈ ਉਹ ਸੇਠ ਨੂੰ ਕਹਿੰਦਾ ਕਿ ਤੁਸੀਂ ਲੋਕ ਆਪਣੇ ਧਰਮ ਪਿੱਛੇ ਤਾਂ ਬਹੁਤ ਸਾਰਾ ਕੁਝ ਦਾਨ ਕਰ ਦਿੰਦੇ ਹੋ, ਪਰ ਇੱਕ ਕਾਮੇ ਨੂੰ ਉਸਦੀ ਮਜ਼ਦੂਰੀ ਨਹੀਂ ਦੇ ਸਕਦੇ। ਤੇ ਸੇਠ ਕਹਿੰਦਾ ਤੂੰ ਬੂਟ ਪਾਲਿਸ਼ ਕਰਦਾ ਹੈ ਕਿ ਬਹਿਸ ਕਰਦਾ ਹੈ। ਇਸ ਦੌਰਾਨ ਸੇਠ ਤੇ ਕੇਸਰ ਵਿੱਚ ਹੋਰ ਵੀ ਗੱਲਾਂ ਹੁੰਦੀਆਂ ਨੇ, ਮੁੰਡੇ ਨਾਲ ਵੀ ਗੱਲਾਂ ਹੁੰਦੀਆਂ ਨੇ ਤੇ ਕੇਸਰ ਫਿਰ ਸੇਠ ਦੀ ਟੋਪੀ ਉੱਤੇ ਵੀ ਵਿਅੰਗ ਕਰਦਾ ਹੈ। ਤੇ ਸੇਠ ਕਹਿੰਦਾ ਹੈ ਵੀ ਇਸ ਟੋਪੀ ਦੀ ਖੈਰ ਖੈਰੀਅਤ ਨਾਲ ਸਾਰੇ ਵਪਾਰ ਚੱਲਦੇ ਨੇ ਅੱਜ ਕੱਲ੍ਹ। ਉਹ ਫਿਰ ਇਸ ਚੀਜ਼ ਨੂੰ ਕਿਹਦੇ ਨਾਲ ਜੋੜ ਰਿਹਾ, ਰਾਜਨੀਤੀ ਨਾਲ, ਕਿਉਂਕਿ ਉਸ ਸਮੇਂ ਕਾਂਗਰਸ ਦੀ ਸਰਕਾਰ ਸੀ ਤਾਂ ਉਹ ਟੋਪੀ ਇਸ ਕਿਸਮ ਨਾਲ ਸੇਠ ਦੇ ਰਾਜਨੀਤੀ ਨਾਲ ਜੁੜੇ ਹੋਣ ਦੀ ਗੱਲ ਹੈ ਕਿ ਅਸੀਂ ਜਿਹੜੀ ਵੀ ਸਰਕਾਰ ਹੋਵੇ ਦੇਸ਼ ਵਿੱਚ ਉਸੇ ਦਾ ਹੀ ਗੁਣਗਾਨ ਕਰੀਦਾ ਤਾਂ ਜੋ ਸਾਨੂੰ ਫਾਇਦਾ ਮਿਲਦਾ ਰਹੇ। ਫਿਰ ਉਹ ਕਹਿੰਦਾ ਹੈ ਕਿ ਸੇਠ ਜੀ ਇਸ ਟੋਪੀ ਨਾਲ ਤੁਸੀਂ ਪੂਰੇ ਦੇਸ਼ ਭਗਤ ਲੱਗਦੇ ਹੋ, ਦੇਖ ਲਓ ਬੂਟ। ਮੁੰਡਾ ਜਿਹੜਾ ਹੈ ਕੇਸਰ ਦੇ ਬੂਟ ਪਾਲਿਸ਼ ਕਰ ਦਿੰਦਾ ਹੈ। ਕੇਸਰ ਨੂੰ ਬੂਟ ਬਹੁਤ ਪਸੰਦ ਆਉਂਦੇ ਨੇ ਤੇ ਉਹਨੂੰ ਮੁੰਡੇ ਨੂੰ ਦਵਾਨੀ ਦੇ ਦਿੰਦਾ ਹੈ। ਫਿਰ ਉਸਨੂੰ ਕਹਿੰਦਾ ਵੀ ਜੇ ਤੈਨੂੰ ਸੌਦਾ ਪੁੱਗਦਾ ਤਾਂ ਬੂਟ ਪਾਲਿਸ਼ ਕਰ ਦੇ। ਮੁੰਡਾ ਕਹਿੰਦਾ ਜੋ ਤੁਹਾਨੂੰ ਠੀਕ ਲੱਗੇ ਦੇ ਦਿਓ। ਉਸੇ ਸਮੇਂ ਉੱਥੇ ਇੱਕ ਬੁੱਢੀ ਬੀਬੀ ਆਉਂਦੀ ਹੈ ਜੋ ਕਿ ਕਹਿੰਦੀ ਹੈ ਕਿ ਮੇਰੇ ਬੱਚੇ 3 ਦਿਨ ਦੇ ਭੁੱਖੇ ਨੇ, ਮੈਨੂੰ ਕੁਛ ਦੇ ਦਿਓ। ਤੇ ਇਸਤਰੀ ਉਹਨੂੰ ਆਪਣੇ ਪਰਸ ਵਿੱਚੋਂ ਕੱਢ ਕੇ ਪੈਸੇ ਦਿੰਦੀ ਹੈ। ਤੇ ਉਸੇ ਸਮੇਂ ਇੱਕ ਹੈਰਾਨੀ ਦੀ ਗੱਲ ਹੈ ਕਿ ਉਹ ਬੂਟ ਪਾਲਿਸ਼ ਕਰਨ ਵਾਲਾ ਮੁੰਡਾ ਵੀ ਉਸ ਬੀਬੀ ਨੂੰ, ਉਸ ਮਾਈ ਨੂੰ ਇੱਕ ਆਨਾ ਦਿੰਦਾ। ਤੇ ਕੇਸਰ ਉਹਨੂੰ ਕਹਿੰਦਾ ਵੀ ਤੂੰ ਬਹੁਤ ਫਜ਼ੂਲ ਖਰਚ ਕਰਦਾ ਹੈ। ਤਾਂ ਅੱਗੋਂ ਮੁੰਡਾ ਜਵਾਬ ਦਿੰਦਾ ਕਿ ਗਰੀਬ ਹੀ ਗਰੀਬ ਦਾ ਦੁੱਖ ਸਮਝ ਸਕਦਾ ਹੈ। ਉਸੇ ਸਮੇਂ ਉੱਥੇ ਇੱਕ ਅਖਬਾਰ ਵੇਚਣ ਵਾਲਾ ਹੁੰਦਾ ਜਿਸ ਤੋਂ ਅਖਬਾਰ ਲੈ ਕੇ ਸੇਠ ਪੜ੍ਹਦਾ ਤੇ ਉਹ ਦੇਖਦਾ ਹੈ ਕਿ ਸੋਨੇ ਚਾਂਦੀ ਦੇ ਭਾਅ ਡਿੱਗ ਗਏ ਹਨ। ਇਸ ਗੱਲ ਤੇ ਉਹ ਸੇਠ ਕਹਿੰਦਾ ਮਾਰੇ ਗਏ ਉੱਕਾ ਹੀ ਮਾਰੇ ਗਏ। ਕੇਸਰ ਕਹਿੰਦਾ ਸੇਠ ਜੀ ਤੁਹਾਡਾ ਹੀ ਕਸੂਰ ਹੈ, ਤੁਸੀਂ ਖੁਦ ਹੀ ਭਾਅ ਗਿਰਾਇਆ, ਤੁਸੀਂ ਮੁੰਡੇ ਨੂੰ ਦਵਾਨੀ ਦਿਓ, ਸੋਨੇ ਚਾਂਦੀ ਦੇ ਭਾਅ ਵੀ ਚੜ ਜਾਣਗੇ। ਯਾਨੀ ਕਿ ਕੇਸਰ ਫਿਰ ਤੋਂ ਇੱਕ ਵਿਅੰਗਾਤਮਕ ਗੱਲ ਕਰਦਾ ਹੈ। ਸੇਠ ਆਪਣੇ ਬੂਟ ਪਾਲਿਸ਼ ਕਰਾਉਣ ਲੱਗ ਪੈਂਦਾ ਹੈ। ਉਸਨੂੰ ਲੱਗਦਾ ਕਿ ਸੱਚੀ ਸ਼ਾਇਦ ਭਾਅ ਵੱਧ ਜਾਵੇ। ਤੇ ਜਦੋਂ ਬੂਟ ਪਾਲਿਸ਼ ਕਰ ਦਿੰਦਾ ਮੁੰਡਾ ਤਾਂ ਸੇਠ ਉਸਨੂੰ ਮਜ਼ਦੂਰੀ ਵਿੱਚ ਸਿਰਫ ਇੱਕ ਆਨਾ ਦਿੰਦਾ, ਜਦਕਿ ਦਵਾਨੀ ਦੇਣ ਦੀ ਗੱਲ ਹੈ। ਤੇ ਉਹ ਮੁੰਡਾ ਕਹਿੰਦਾ ਕਿ ਸੇਠ ਜੀ ਮੈਂ ਤੁਹਾਡੇ ਤੋਂ ਭੀਖ ਨਹੀਂ ਮੰਗ ਰਿਹਾ, ਮੈਂ ਮਿਹਨਤ ਕੀਤੀ, ਆਪਣਾ ਹੱਕ ਮੰਗ ਰਿਹਾ। ਸੁਣ ਕੇ ਸੇਠ ਹੋਰ ਗੁੱਸੇ ਵਿੱਚ ਆ ਜਾਂਦਾ ਤੇ ਉਸਨੂੰ ਕਹਿੰਦਾ ਜਾ ਤੇਰਾ ਜਿਹੜਾ ਜ਼ੋਰ ਲੱਗਦਾ ਲਾ ਲੈ, ਮੈਂ ਤੈਨੂੰ ਪੈਸੇ ਨਹੀਂ ਦਿੰਦਾ। ਤੇ ਉਸਨੂੰ ਜ਼ੋਰ ਦੀ ਠੁੱਡਾ ਮਾਰਦਾ। ਉਹ ਠੁੱਡਾ ਮੁੰਡੇ ਨੂੰ ਬਹੁਤ ਜ਼ੋਰ ਦੀ ਵੱਜ ਜਾਂਦਾ ਤੇ ਉਹ ਰੋਣ ਲੱਗ ਪੈਂਦਾ। ਇਹ ਦੇਖ ਕੇ ਕੇਸਰ ਤੇ ਇਸਤਰੀ ਉਸ ਮੁੰਡੇ ਦੇ ਹੱਕ ਵਿੱਚ ਬੋਲਣ ਸ਼ੁਰੂ ਕਰਦੇ ਹਨ। ਤੇ ਇਸੇ ਦੌਰਾਨ ਹੀ ਇੱਕ ਸਕੂਲ ਦਾ ਮਾਸਟਰ ਤੇ 2-3 ਮੁੰਡੇ ਜਿਨ੍ਹਾਂ ਨੇ ਕਿ ਖੇਡਣ ਵਾਲੀ ਯੂਨੀਫਾਰਮ ਪਾਈ ਹੁੰਦੀ ਹੈ ਉੱਥੋਂ ਨਿਕਲਦੇ ਹਨ। ਉਸ ਮੁੰਡੇ ਨੂੰ ਦੇਖਦੇ ਹਨ ਤੇ ਉਸਨੂੰ ਪੁੱਛਦੇ ਹਨ ਕਿਸ਼ਨ ਰੋਂਦਾ ਕਿਉਂ ਹੈ, ਕੀ ਗੱਲ ਹੈ। ਤਾਂ ਇੱਥੇ ਜਾ ਕੇ ਸਾਨੂੰ ਪਤਾ ਲੱਗ ਰਿਹਾ ਹੈ ਕਿ ਉਸ ਬੂਟ ਪਾਲਿਸ਼ ਕਰਨ ਵਾਲੇ ਮੁੰਡੇ ਦਾ ਨਾਮ ਕਿਸ਼ਨ ਹੈ। ਤਾਂ ਕਿਸ਼ਨ ਦੱਸਦਾ ਹੈ ਕਿ ਇਸ ਸੇਠ ਜੀ ਨੇ ਮੈਨੂੰ ਮਾਰਿਆ ਹੈ। ਤੇ ਉਹ ਸੇਠ ਉਹਨੂੰ ਕਹਿੰਦਾ ਕਿ ਤੁਹਾਡਾ ਇਹਦੇ ਨਾਲ ਕੀ ਵਾਸਤਾ ਹੈ। ਤਾਂ ਮਾਸਟਰ ਦੱਸਦਾ ਕਿ ਇਹ ਮੇਰੇ ਸਕੂਲ ਦਾ ਹੋਣਹਾਰ ਲੜਕਾ ਹੈ। ਸੇਠ ਤੇ ਮਾਸਟਰ ਵਿੱਚ ਬਹਿਸ ਹੁੰਦੀ ਹੈ। ਕੇਸਰ ਵੀ ਉਸ ਸਮੇਂ ਮੁੰਡੇ ਦੇ ਹੱਕ ਦੀ ਗੱਲ ਕਰਦਾ ਹੈ ਤੇ ਉਸ ਬਹਿਸ ਵਿੱਚ ਮਾਸਟਰ ਕਹਿੰਦਾ ਕਿ ਤੁਸੀਂ ਮੇਰੇ ਨਾਲ ਪੁਲਿਸ ਸਟੇਸ਼ਨ ਤੱਕ ਚੱਲੋ।
तो सेठ कहता साडे तां प्यो दादे ने भी थाने की शक्ल नहीं देखी। तो लड़के कहते जिहड़े नाल मास्टर जी दे हुंदे ने, वो कहते कि असीं इहनूं धू के मतलब खिच के लै चलते हाँ। तो सेठ कहता मास्टर जी मैनू माफ़ कर दो, जो मदद चाहुंदे हो लड़के की मैं करन नूं तैयार हाँ। फिर केसर कहता मास्टर जी जिहड़ी गल पंचायत तक नचेड़ी जा सके वो थाने अदालतां विच नहीं पहुँचानी चाहिए। मास्टर जी कहते पंचां दा क्या सिर मत्थे। तो ओह सेठ केसर कहता है कि चलो इसकी 1 साल की फीस दे दो। सेठ कुछ ना कुछ रियायत करन लई कहता कि अद्धी लै लो। उस समय एक मुंडा बोलता वो देखो सिपाही आ रहा है। तो सेठ फटाफट डर के अपने बटूए विचों 100 रुपये का नोट कढ़ के फड़ा दिंदा है। मास्टर कहता किशन नूं, किशन तू आ रुपये फड़ लै। इस्त्री जिहड़ी वो भी मास्टर जी नूं कहंदी है कि ये बहुत होनहार लड़का है, इसका ध्यान रखना। तो मास्टर भी किशन नूं कहंदा कि चल तैनूं खिडा लियाईए। तो सेठ जिहड़ा है उस समय बहुत दुखी हुंदा, तो कहंदा अज दा दिन बहुत माड़ा है, सवेरे सवेरे पा डिग गए तो हुण इधर कूंडा हो गया। तो इस दौरान सारे जाने हੱਸਣ लग पैंदे हन। इस तरह असीं देखते हैं कि किवें इस इकांगी विच एक कंजूस ਅਤੇ खुले सुभाਅ वाले व्यक्तियों की मानसिकता नूं एक दूजे के सामने दिखाया गया है। नाल ही अमीर वर्ग वालों गरीब वर्ग का शोषण करने की गल भी इस इकांगी विच साडे सामने आउंदी है। इस इकांगी किरत का सत्कार। हुण असीं इस ते जरूरी प्रश्न उत्तर करांगे। पेपर विच तुहानूं इकांगी विचों 3-4 नंबरां दे प्रश्न उत्तर आउणगे, यानी कि लगभग 50 शब्दों वाले प्रश्न उत्तर आने हैं। असीं उस हिसाब नाल ही इसके प्रश्न उत्तर करांगे। थोड़े जे वड्डे करांगे तां जो तुसीं पेपर विच करन तक अगर तुहानूं विचों एक अद्धी लाइन भुल भी जाती है तो तुहाडा कोई नुकसान ना होवे। सब तो पहला प्रश्न असीं कर रहे हाँ, किशन कौन है ते वो की काम करता है। इसका उत्तर है किशन किरत का सत्कार इकांगी का केंद्री पात्र है। वो गरीब परिवार नाल संबंध रखता है। उसके पिता की मौत हो चुकी है ਅਤੇ उसकी माँ लोगों के कपड़े सिਉਂ के गुजारा करती है। किशन 9वीं जमात विच पढ़ता है। पढ़ाई का खर्चा चुकन लई वो स्कूल तो बाद बूट पॉलिश का काम करता है। अगला प्रश्न है इस्त्री पात्र की किशन नाल हमदर्दी क्यों है। इसका उत्तर असीं लिखांगे इस्त्री पात्र आधुनिक सोच रखने वाली एक औरत है। किशन तो सैंडल पॉलिश कराउण तो बाद पैसे दिंदे होए उस नाल गल्लां करदी है। गल्लां करदे उसनूं पता लगता है कि किशन के पिता की मौत हो चुकी है और उसकी माँ कपड़े सिਉਂ के घर का गुजारा करती है। किशन आप मजदूरी करके पढ़ाई का खर्चा चुकता है। किशन गरीब माई नूं एक आना दिंदा है और कहता है कि एक गरीब ही गरीब का दुख समझ सकता है। किशन नूं दुख है कि साडे देश विच काम का सत्कार नहीं है। किशन के परिवारिक हालत, उसकी मेहनत ते उसके नेक विचारा करके इस्त्री पात्र नूं उस नाल हमदर्दी हो जाती है। साडा अगला प्रश्न है इकांगी दे विषय वस्तु बारे दसो। इस जो प्रश्न है इस जगह ते मैं तुहानूं 3-4 प्रश्न होर भी दस रही हाँ। इन्हां विचों कोई भी प्रश्न तुहानूं आवे तुसीं उत्तर सेम ही लिखना है। वो बन सकते हैं किरत का सत्कार इकांगी की संदेश दिंदी है। इकांगी किहड़े समाजिक विषयां बारे गल करदी है। इकांगी साडे समाज का किहड़ा रूप पेश करती है। तो इस तरह के कोई भी प्रश्न अगर आता है तुहानूं तां तुसीं उसका उत्तर यही लिखना है। उत्तर देखते हाँ। किरत का सत्कार इकांगी डॉक्टर हरचरण सिंह की लिखी हुई है। इस इकांगी विच एक पासे उच्च वर्ग की प्रतिनिधिता करने वाले सेठ, दूजे पासे मध्य वर्ग के केसर अते इस्त्री अते गरीब वर्ग की प्रतिनिधिता करने वाले किशन दे राही हत्थी काम करन दे महत्व नूं उजागर किया गया है। इस इकांगी विच मुख तौर ते हेठ लिखे विषय हैं। नंबर 1 उच्च वर्ग वालों गरीब वर्ग का शोषण। इकांगी विच अमीर सेठ गरीब किशन तो बूट पॉलिश करवाउंदा है। वो उसनूं पूरी मजदूरी नहीं दिंदा। किशन वालों हक मंगन ते उसनूं ठुड्डा भी मारदा है। दूसरा मेहनत का मुल ना मिलना। इकांगी विच लखां दा मालक सेठ गरीब किशन नूं उसकी मेहनत का पूरा मुल भी नहीं दिंदा। इस तो सानू साडे समाज विच मेहनत की लुट खसुट का पता लगता है। तीसरा है हत्थी काम करन नूं बुरा ना समझना। किशन स्कूल विच पढ़ाई भी करता है अते फिर मजदूरी भी करता है। वो मेहनत नाल कमाई करन नूं बुरा नहीं समझता। चौथा है हक्कां प्रति सुचेत होने की लोड़। इकांगी तो पता लगता है कि सानू अपने हक्कां प्रति सुचेत होना चाहिए है।
ਜਦੋਂ ਸੇਠ ਕਿਸ਼ਨ ਨੂੰ ਉਸਦੀ ਪੂਰੀ ਮਜ਼ਦੂਰੀ ਨਹੀਂ ਦਿੰਦਾ ਤਾਂ ਉਹ ਆਪਣਾ ਹੱਕ ਮੰਗਦਾ ਹੈ। ਤੇ ਇਸ ਵਿੱਚ ਆਖਰੀ ਪੁਆਇੰਟ ਜੋ ਅਸੀਂ ਡਿਸਕਸ ਕਰ ਸਕਦੇ ਹਾਂ ਉਹ ਹੈ ਚੰਗੇ ਲੋਕਾਂ ਦੀ ਏਕਤਾ ਦੀ ਜ਼ਰੂਰਤ। ਜਦੋਂ ਇਸਤਰੀ, ਕੇਸਰ ਅਤੇ ਮਾਸਟਰ ਵਰਗੇ ਚੰਗੇ ਲੋਕ ਇਕੱਠੇ ਹੋ ਜਾਂਦੇ ਹਨ ਤਾਂ ਉਹ ਸੇਠ ਨੂੰ ਡਰਾ ਦਿੰਦੇ ਹਨ। ਸੇਠ ਨੂੰ ਕਿਸ਼ਨ ਨੂੰ ਉਸਦਾ ਬਣਦਾ ਹੱਕ ਦੇਣ ਲਈ ਮਜਬੂਰ ਹੋਣਾ ਪੈਂਦਾ ਹੈ। ਇਸ ਤਰ੍ਹਾਂ ਇਹ ਇਕਾਂਗੀ ਮਿਹਨਤ ਦਾ ਸਤਿਕਾਰ ਅਤੇ ਚੰਗਿਆਈ ਦੀ ਬੁਰਾਈ ਉੱਤੇ ਜਿੱਤ ਨੂੰ ਪੇਸ਼ ਕਰਦੀ ਹੈ। ਅਗਲਾ ਪ੍ਰਸ਼ਨ ਹੈ, ਬੱਸ ਸਟਾਪ ਦਾ ਦ੍ਰਿਸ਼ ਆਪਣੇ ਸ਼ਬਦਾਂ ਵਿੱਚ ਬਿਆਨ ਕਰੋ। ਕਿਰਤ ਦਾ ਸਤਿਕਾਰ ਇਕਾਂਗੀ ਦਾ ਸਾਰਾ ਘਟਨਾਕ੍ਰਮ ਇੱਕ ਬੱਸ ਸਟੈਂਡ ਤੇ ਵਾਪਰਦਾ ਹੈ। ਇਹ ਬੱਸ ਸਟੈਂਡ ਸੰਨ 1955 ਵਿੱਚ ਦਿੱਲੀ ਦੀ ਇੱਕ ਬਸਤੀ ਦਾ ਹੈ। ਬੱਸ ਅੱਡੇ ਉੱਤੇ 3 ਬੰਦੇ ਅਤੇ ਇੱਕ ਇਸਤਰੀ ਬੱਸ ਦੀ ਉਡੀਕ ਕਰ ਰਹੇ ਹਨ। ਉਹਨਾਂ ਵਿੱਚ ਇੱਕ ਮੋਟਾ ਭਾਰਾ ਸੇਠ ਹੈ ਜਿਸ ਨੇ ਦੁੱਧ ਚਿੱਟੀ ਟੋਪੀ ਅਤੇ ਖੱਦਰ ਦੇ ਕੱਪੜੇ ਪਾਏ ਹੋਏ ਹਨ। ਉਹ ਲੇਟ ਹੋ ਜਾਣ ਕਰਕੇ ਕਾਹਲ ਤੇ ਘਬਰਾਹਟ ਵਿੱਚ ਹੈ। ਗੱਲਾਂ ਤੋਂ ਪਤਾ ਲੱਗਦਾ ਹੈ ਕਿ ਸੇਠ ਅਮੀਰ ਵਰਗ ਦਾ ਪਰ ਬਹੁਤ ਹੀ ਕੰਜੂਸ ਅਤੇ ਥੋੜੇ ਦਿਲ ਦਾ ਆਦਮੀ ਹੈ। ਉਸ ਦੇ ਨਾਲ ਉਸ ਦਾ ਮੁਨਸ਼ੀ ਚੁੰਨੀ ਲਾਲ ਵੀ ਖੜਾ ਹੈ। ਉੱਥੇ ਹੀ ਇੱਕ ਹੋਰ ਬੰਦਾ ਕੇਸਰ ਵੀ ਖੜਾ ਹੈ। ਕੇਸਰ ਗੱਲਾਂ ਤੋਂ ਖੁੱਲ੍ਹੇ ਸੁਭਾਅ ਦਾ ਅਤੇ ਮਜ਼ਾਕੀਆ ਲੱਗਦਾ ਹੈ। ਉਹ ਉਹਨਾਂ ਲੋਕਾਂ ਵਿੱਚੋਂ ਹੈ ਜੋ ਜ਼ਿੰਦਗੀ ਦਾ ਹਰ ਪਲ ਹੱਸ ਖੇਡ ਕੇ ਗੁਜ਼ਾਰਦੇ ਹਨ। ਚੌਥੀ ਉੱਥੇ ਇੱਕ ਮੱਧ ਵਰਗੀ ਸੋਚ ਅਤੇ ਆਧੁਨਿਕ ਰੰਗ ਢੰਗ ਵਾਲੀ ਇਸਤਰੀ ਹੈ। ਉਹ ਵੀ ਮਜ਼ਾਕ ਨੂੰ ਬੁਰਾ ਨਹੀਂ ਸਮਝਦੀ ਅਤੇ ਬਹੁਤ ਸਹਿਜ ਹੋ ਕੇ ਗੱਲਾਂ ਬਾਤਾਂ ਕਰਦੀ ਹੈ। ਇਹ ਸਾਰੀਆਂ ਸਵਾਰੀਆਂ 13 ਨੰਬਰ ਦੀ ਬੱਸ ਦਾ ਇੰਤਜ਼ਾਰ ਕਰ ਰਹੀਆਂ ਹਨ। ਇਸੇ ਦੌਰਾਨ ਉੱਥੇ ਇੱਕ ਬੂਟ ਪਾਲਿਸ਼ ਕਰਨ ਵਾਲਾ ਮੁੰਡਾ ਆਉਂਦਾ ਹੈ। ਉਸ ਮੁੰਡੇ ਦੇ ਆਉਣ ਨਾਲ ਹੀ ਇਕਾਂਗੀ ਦਾ ਸਾਰਾ ਘਟਨਾਕ੍ਰਮ ਅੱਗੇ ਵੱਧਦਾ ਹੈ। ਸਾਨੂੰ ਬੱਸ ਸਟੈਂਡ ਉੱਤੇ ਖੜੇ ਪਾਤਰਾਂ ਦੇ ਸੁਭਾਅ ਬਾਰੇ ਹੋਰ ਚੰਗੀ ਤਰ੍ਹਾਂ ਪਤਾ ਲੱਗਣ ਲੱਗਦਾ ਹੈ। ਹੁਣ ਅਸੀਂ ਇਸ ਇਕਾਂਗੀ ਵਿੱਚ ਆਉਣ ਵਾਲੇ ਮੁੱਖ ਪਾਤਰਾਂ ਦਾ ਪਾਤਰ ਚਿੱਤਰਨ ਕਰਾਂਗੇ, ਜਿਸ ਵਿੱਚ ਸਾਡਾ ਸਭ ਤੋਂ ਪਹਿਲਾ ਮੁੱਖ ਜੋ ਪਾਤਰ ਹੈ ਉਹ ਹੈ ਕਿਸ਼ਨ। ਤਾਂ ਅਸੀਂ ਕਿਸ਼ਨ ਦਾ ਪਾਤਰ ਚਿੱਤਰਨ ਲਿਖਾਂਗੇ। ਹੁਣ ਕਿਸ਼ਨ ਕਿਰਤ ਦਾ ਸਤਿਕਾਰ ਇਕਾਂਗੀ ਦਾ ਇੱਕ ਮੁੱਖ ਪਾਤਰ ਹੈ। ਇਕਾਂਗੀ ਦਾ ਸਾਰਾ ਘਟਨਾਕ੍ਰਮ ਕਿਸ਼ਨ ਦੇ ਦੁਆਲੇ ਘੁੰਮਦਾ ਹੈ। ਉਹ ਗਰੀਬ ਸ਼੍ਰੇਣੀ ਨਾਲ ਸੰਬੰਧ ਰੱਖਦਾ ਹੈ। ਉਸ ਦੇ ਪਿਤਾ ਦੀ ਦੇਸ਼ ਦੀ ਵੰਡ ਸਮੇਂ ਮੌਤ ਹੋ ਗਈ ਸੀ। ਉਹ ਆਪਣੀ ਮਾਂ ਨਾਲ ਰਹਿੰਦਾ ਹੈ ਅਤੇ 9ਵੀਂ ਜਮਾਤ ਵਿੱਚ ਪੜ੍ਹਦਾ ਹੈ। ਅੱਗੇ ਹੈ ਇਸ ਦੇ ਜੋ ਅਸੀਂ ਮੁੱਖ ਜੋ ਇਸ ਦੇ ਚਰਿੱਤਰ ਦੇ ਗੁਣ ਅਸੀਂ ਦੇਖ ਸਕਦੇ ਹਾਂ। ਪਹਿਲਾ ਹੈ ਮਿਹਨਤੀ। ਕਿਸ਼ਨ ਆਪਣੀ ਪੜ੍ਹਾਈ ਦਾ ਖਰਚਾ ਚੁੱਕਣ ਲਈ ਬੂਟ ਪਾਲਿਸ਼ ਦਾ ਕੰਮ ਕਰਦਾ ਹੈ। ਉਸ ਨੂੰ ਪਤਾ ਹੈ ਕਿ ਵਿਦੇਸ਼ਾਂ ਵਿੱਚ ਵੀ ਵਿਦਿਆਰਥੀ ਆਪ ਕਮਾਈ ਕਰਕੇ ਪੜ੍ਹਦੇ ਹਨ। ਅੱਗੇ ਹੈ ਲਾਲਚ ਨਾ ਕਰਨ ਵਾਲਾ। ਕਿਸ਼ਨ ਲਾਲਚੀ ਨਹੀਂ ਹੈ। ਉਹ ਕੇਵਲ ਓਨਾ ਹੀ ਕੰਮ ਕਰਦਾ ਹੈ ਜਿਸ ਨਾਲ ਆਪਣੀ ਫੀਸ ਤੇ ਕਿਤਾਬਾਂ ਜੋਗੇ ਪੈਸੇ ਕਮਾ ਲਵੇ। ਅੱਗੇ ਹੈ ਕਿਰਤ ਦਾ ਸਤਿਕਾਰ ਕਰਨ ਵਾਲਾ। ਕਿਸ਼ਨ ਕਿਰਤ ਦਾ ਸਤਿਕਾਰ ਕਰਦਾ ਹੈ। ਉਹ ਹੱਥੀਂ ਕੰਮ ਕਰਨ ਨੂੰ ਬੁਰਾ ਨਹੀਂ ਸਮਝਦਾ, ਸਗੋਂ ਇਸ ਵਿੱਚ ਮਾਣ ਮਹਿਸੂਸ ਕਰਦਾ ਹੈ। ਅੱਗੇ ਹੈ ਦਿਆਲੂ। ਕਿਸ਼ਨ ਗਰੀਬ ਹੋਣ ਦੇ ਬਾਵਜੂਦ ਦਿਆਲੂ ਹੈ। ਮੰਗ ਰਹੀ ਮਾਈ ਨੂੰ ਕਿਸ਼ਨ ਪੈਸੇ ਦਿੰਦਾ ਹੈ। ਕੇਸਰ ਦੇ ਹੈਰਾਨ ਹੋਣ ਤੇ ਉਹ ਕਹਿੰਦਾ ਹੈ ਕਿ ਇੱਕ ਗਰੀਬ ਹੀ ਗਰੀਬ ਦਾ ਦੁੱਖ ਸਮਝ ਸਕਦਾ ਹੈ। ਅਗਲਾ ਹੈ ਆਪਣੇ ਹੱਕਾਂ ਪ੍ਰਤੀ ਜਾਗਰੂਕ। ਕਿਸ਼ਨ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੈ। ਉਹ ਆਪਣੇ ਹੱਕ ਲਈ ਬੋਲਣਾ ਵੀ ਜਾਣਦਾ ਹੈ। ਜਦੋਂ ਸੇਠ ਉਸ ਨੂੰ ਪੂਰੀ ਮਜ਼ਦੂਰੀ ਨਹੀਂ ਦਿੰਦਾ ਤਾਂ ਉਹ ਹੱਕ ਨਾਲ ਆਪਣੇ ਪੈਸੇ ਮੰਗਦਾ ਹੈ। ਇਸ ਤਰ੍ਹਾਂ ਕਿਸ਼ਨ ਇੱਕ ਮਿਹਨਤੀ, ਲਾਲਚ ਨਾ ਕਰਨ ਵਾਲਾ, ਕਿਰਤ ਦਾ ਸਤਿਕਾਰ ਕਰਨ ਵਾਲਾ ਅਤੇ ਦਿਆਲੂ ਅਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਮੁੰਡਾ ਹੈ। ਅਗਲਾ ਪ੍ਰਸ਼ਨ ਹੈ ਸੇਠ ਦਾ ਪਾਤਰ ਚਿੱਤਰਨ ਕਰੋ। ਤਾਂ ਸੇਠ ਕਿਰਤ ਦਾ ਸਤਿਕਾਰ ਇਕਾਂਗੀ ਦਾ ਇੱਕ ਪ੍ਰਮੁੱਖ ਪਾਤਰ ਹੈ। ਉਸ ਦੀ ਇਕਾਂਗੀ ਦੇ ਮੁੱਖ ਪਾਤਰ ਕਿਸ਼ਨ ਨਾਲ ਬਹਿਸ ਤੋਂ ਹੀ ਸਾਰਾ ਘਟਨਾਕ੍ਰਮ ਅੱਗੇ ਵੱਧਦਾ ਹੈ। ਉਹ ਸਮਾਜ ਦੇ ਅਜਿਹੇ ਅਮੀਰ ਵਰਗ ਦੀ ਪ੍ਰਤੀਨਿਧਤਾ ਕਰਦਾ ਹੈ ਜਿਹੜਾ ਗਰੀਬਾਂ ਦਾ ਸ਼ੋਸ਼ਣ ਕਰਦਾ ਹੈ। ਤਾਂ ਉਸ ਦੇ ਪਾਤਰ ਦੇ ਮੁੱਖ ਪੱਖ ਹਨ ਪੈਸੇ ਨੂੰ ਪਿਆਰ ਕਰਨ ਵਾਲਾ। ਸੇਠ ਪੈਸੇ ਨੂੰ ਬਹੁਤ ਪਿਆਰ ਕਰਦਾ ਹੈ। ਉਹ ਹਰ ਚੀਜ਼ ਨੂੰ ਪੈਸੇ ਦੇ ਨਜ਼ਰੀਏ ਤੋਂ ਪਰਖ ਕੇ ਹੀ ਫੈਸਲਾ ਕਰਦਾ ਹੈ। ਅੱਗੇ ਹੈ ਕੰਜੂਸ। ਸੇਠ ਬਹੁਤ ਕੰਜੂਸ ਹੈ। ਲੇਟ ਹੋਣ ਕਰਕੇ ਉਸ ਦਾ ਨੁਕਸਾਨ ਹੋ ਰਿਹਾ ਹੈ, ਪਰ ਫਿਰ ਵੀ ਉਹ ਟੈਕਸੀ ਦੇ ਪੈਸੇ ਭਰਨ ਨੂੰ ਤਿਆਰ ਨਹੀਂ। ਅਗਲਾ ਹੈ ਥੋੜੇ ਦਿਲ ਦਾ। ਅਮੀਰ ਹੋਣ ਦੇ ਬਾਵਜੂਦ ਸੇਠ ਦਾ ਦਿਲ ਬਹੁਤ ਥੋੜਾ ਹੈ। ਅਖਬਾਰ ਵਿੱਚ ਸੋਨੇ ਚਾਂਦੀ ਦੇ ਭਾਅ ਡਿੱਗੇ ਦੇਖ ਕੇ ਉਹ ਆਪਣਾ ਸਿਰ ਪਿੱਟਣਾ ਸ਼ੁਰੂ ਕਰ ਦਿੰਦਾ ਹੈ। ਬੂਟ ਪਾਲਿਸ਼ ਕਰਵਾਉਣ ਦਾ ਫੈਸਲਾ ਕਰਨ ਲਈ ਵੀ ਉਹ ਬਹੁਤ ਜ਼ਿਆਦਾ ਸੋਚਦਾ ਹੈ। ਦੂਜਿਆਂ ਦਾ ਹੱਕ ਮਾਰਨ ਵਾਲਾ। ਬੂਟ ਪਾਲਿਸ਼ ਕਰਨ ਵਾਲਾ ਮੁੰਡਾ ਉਸ ਤੋਂ ਮਿਹਨਤ ਦੀ ਦੁਆਨੀ ਮੰਗਦਾ ਹੈ। ਸੇਠ ਉਸ ਨੂੰ ਕੇਵਲ ਇੱਕ ਆਨਾ
ਦਿੰਦਾ ਹੈ। ਜਦੋਂ ਮੁੰਡਾ ਆਪਣੀ ਮਿਹਨਤ ਦਾ ਹੱਕ ਮੰਗਦਾ ਹੈ ਤਾਂ ਉਹ ਗੁੱਸੇ ਵਿੱਚ ਉਸਨੂੰ ਠੁੱਡਾ ਮਾਰਦਾ ਹੈ। ਪੁਲਿਸ ਤੋਂ ਡਰਨ ਵਾਲਾ। ਸੇਠ ਪੁਲਿਸ ਤੋਂ ਡਰਦਾ ਹੈ। ਸਕੂਲ ਦਾ ਮਾਸਟਰ ਜਦੋਂ ਉਸਨੂੰ ਮਜ਼ਦੂਰੀ ਨਾ ਦੇਣ ਅਤੇ ਮੁੰਡੇ ਨੂੰ ਮਾਰਨ ਕਰਕੇ ਥਾਣੇ ਲਿਜਾਣ ਦੀ ਧਮਕੀ ਦਿੰਦਾ ਹੈ ਤਾਂ ਉਹ ਡਰ ਕੇ ਪੈਸੇ ਦੇਣ ਲਈ ਤਿਆਰ ਹੋ ਜਾਂਦਾ ਹੈ। ਉਹ 100 ਰੁਪਇਆ ਦੇ ਕੇ ਆਪਣੀ ਜਾਨ ਬਚਾਉਂਦਾ ਹੈ। ਇਸ ਤਰ੍ਹਾਂ ਸੇਠ ਅਮੀਰ ਵਰਗ ਨਾਲ ਸੰਬੰਧ ਰੱਖਣ ਵਾਲਾ, ਪੈਸੇ ਨੂੰ ਪਿਆਰ ਕਰਨ ਵਾਲਾ, ਕੰਜੂਸ, ਥੋੜੇ ਦਿਲ ਦਾ, ਦੂਜਿਆਂ ਦਾ ਹੱਕ ਮਾਰਨ ਵਾਲਾ ਅਤੇ ਪੁਲਿਸ ਤੋਂ ਡਰਨ ਵਾਲਾ ਪਾਤਰ ਹੈ। ਸਾਡਾ ਅਗਲਾ ਪ੍ਰਸ਼ਨ ਹੈ, ਕੇਸਰ ਦਾ ਪਾਤਰ ਚਿੱਤਰਨ ਕਰੋ। ਕੇਸਰ ਕਿਰਤ ਦਾ ਸਤਿਕਾਰ ਇਕਾਂਗੀ ਦਾ ਇੱਕ ਪਾਤਰ ਹੈ। ਉਹ ਬੱਸ ਸਟੈਂਡ ਤੇ ਬੱਸ ਦਾ ਇੰਤਜ਼ਾਰ ਕਰ ਰਹੇ ਲੋਕਾਂ ਵਿੱਚੋਂ ਇੱਕ ਹੈ। ਉਸ ਦੇ ਸੁਭਾਅ ਦੇ ਮੁੱਖ ਗੁਣ ਹਨ। ਸਭ ਤੋਂ ਪਹਿਲਾਂ ਹਸਮੁਖ। ਕੇਸਰ ਹਸਮੁਖ ਸੁਭਾਅ ਦਾ ਬੰਦਾ ਹੈ। ਉਹ ਉਹਨਾਂ ਲੋਕਾਂ ਵਿੱਚੋਂ ਹੈ ਜੋ ਮੁਸ਼ਕਿਲਾਂ ਦੇ ਬਾਵਜੂਦ ਜ਼ਿੰਦਗੀ ਨੂੰ ਖੁਸ਼ੀ ਨਾਲ ਗੁਜ਼ਾਰਦੇ ਹਨ। ਮਜ਼ਾਕੀਆ ਸੁਭਾਅ ਵਾਲਾ। ਕੇਸਰ ਬਹੁਤ ਮਜ਼ਾਕੀਆ ਸੁਭਾਅ ਦਾ ਹੈ। ਉਹ ਬੱਸ ਸਟੈਂਡ ਤੇ ਖੜੀ ਇਸਤਰੀ, ਸੇਠ ਅਤੇ ਹੋਰ ਲੋਕਾਂ ਨਾਲ ਵੀ ਮਜ਼ਾਕ ਕਰਦਾ ਹੈ। ਉਸ ਦੇ ਸੁਭਾਅ ਕਰਕੇ ਇਕਾਂਗੀ ਦਾ ਮਾਹੌਲ ਖੁਸ਼ਗਵਾਰ ਬਣਦਾ ਹੈ। ਅੱਗੇ ਹੈ ਵਿਅੰਗ ਕਰਨ ਵਾਲਾ। ਇਕਾਂਗੀ ਵਿੱਚ ਮਜ਼ਾਕ ਕਰਦੇ ਕਰਦੇ ਕੇਸਰ ਸੇਠ ਉੱਤੇ ਬਹੁਤ ਸਾਰੇ ਵਿਅੰਗ ਵੀ ਕਰ ਜਾਂਦਾ ਹੈ। ਖੁੱਲ੍ਹੇ ਦਿਲ ਵਾਲਾ। ਕੇਸਰ ਖੁੱਲ੍ਹੇ ਦਿਲ ਦਾ ਵੀ ਹੈ। ਉਹ ਮੁੰਡੇ ਤੋਂ ਬੂਟ ਪਾਲਿਸ਼ ਕਰਵਾਉਣ ਲੱਗੇ ਜ਼ਿਆਦਾ ਸੋਚਦਾ ਨਹੀਂ ਹੈ। ਗਲਤ ਦੇ ਖਿਲਾਫ ਬੋਲਣ ਵਾਲਾ। ਜਦੋਂ ਸੇਠ ਮੁੰਡੇ ਨੂੰ ਮਜ਼ਦੂਰੀ ਨਹੀਂ ਦਿੰਦਾ ਅਤੇ ਉਲਟਾ ਉਸ ਨੂੰ ਬੂਟ ਮਾਰਦਾ ਹੈ ਤਾਂ ਕੇਸਰ ਸੇਠ ਦੇ ਖਿਲਾਫ ਬੋਲਦਾ ਹੈ। ਇਸ ਤਰ੍ਹਾਂ ਕੇਸਰ ਇਕਾਂਗੀ ਵਿੱਚ ਇੱਕ ਹਸਮੁਖ, ਮਜ਼ਾਕੀਆ ਸੁਭਾਅ ਵਾਲਾ, ਵਿਅੰਗ ਕਰਨ ਵਾਲਾ, ਖੁੱਲ੍ਹੇ ਦਿਲ ਵਾਲਾ ਅਤੇ ਗਲਤ ਦੇ ਖਿਲਾਫ ਬੋਲਣ ਵਾਲਾ ਪਾਤਰ ਹੈ। ਸਾਡਾ ਆਖਰੀ ਪਾਤਰ ਚਿੱਤਰਨ ਹੈ ਇਸਤਰੀ ਦਾ। ਤਾਂ ਹੁਣ ਅਸੀਂ ਇਸਤਰੀ ਦਾ ਪਾਤਰ ਚਿੱਤਰਨ ਕਰਦੇ ਹਾਂ। ਇਸਤਰੀ ਕਿਰਤ ਦਾ ਸਤਿਕਾਰ ਇਕਾਂਗੀ ਦੀ ਇੱਕ ਪਾਤਰ ਹੈ। ਉਹ ਬੱਸ ਸਟੈਂਡ ਤੇ ਬੱਸ ਦਾ ਇੰਤਜ਼ਾਰ ਕਰ ਰਹੇ ਲੋਕਾਂ ਵਿੱਚੋਂ ਇੱਕ ਹੈ। ਉਹ ਸਭ ਤੋਂ ਪਹਿਲੀ ਉਸਦਾ ਜੋ ਗੁਣ ਹੈ ਉਹ ਹੈ ਮੱਧ ਵਰਗੀ ਸੋਚ ਵਾਲੀ। ਉਹ ਮੱਧ ਵਰਗੀ ਸੋਚ ਵਾਲੀ ਔਰਤ ਦੀ ਭੂਮਿਕਾ ਨਿਭਾਉਂਦੀ ਹੈ। ਬੂਟ ਪਾਲਿਸ਼ ਕਰਨ ਵਾਲੇ ਮੁੰਡੇ ਨੂੰ ਦੇਖ ਕੇ ਕਹਿੰਦੀ ਹੈ ਕਿ ਅਜਿਹੇ ਲੋਕ ਹੁਸ਼ਿਆਰ ਹੁੰਦੇ ਹਨ, ਜਿੱਥੇ ਲੋਕ ਉਡੀਕ ਕਰ ਰਹੇ ਹੋਣ ਉੱਥੇ ਪਹੁੰਚ ਜਾਂਦੇ ਹਨ। ਅੱਗੇ ਹੈ ਮਿਹਨਤ ਦੀ ਕਦਰ ਕਰਨ ਵਾਲੀ। ਉਹ ਮਿਹਨਤ ਦੀ ਕਦਰ ਕਰਦੀ ਹੈ। ਕਿਸੇ ਨੂੰ ਬੂਟ ਪਾਲਿਸ਼ ਕਰਨ ਤੇ ਉਹ ਚੰਗੀ ਮਜ਼ਦੂਰੀ ਦਿੰਦੀ ਹੈ। ਉਹ ਉਸ ਦੀ ਮਿਹਨਤ ਦੀ ਤਾਰੀਫ ਵੀ ਕਰਦੀ ਹੈ। ਅੱਗੇ ਹੈ ਗਰੀਬ ਦੇ ਹੱਕ ਵਿੱਚ ਬੋਲਣ ਵਾਲੀ। ਉਹ ਬੂਟ ਪਾਲਿਸ਼ ਕਰਨ ਵਾਲੇ ਮੁੰਡੇ ਦੇ ਹੱਕ ਵਿੱਚ ਸੇਠ ਨੂੰ ਗੁੱਸੇ ਨਾਲ ਬੋਲਦੀ ਹੈ। ਉਹ ਮਾਸਟਰ ਨੂੰ ਵੀ ਮੁੰਡੇ ਦਾ ਧਿਆਨ ਰੱਖਣ ਲਈ ਕਹਿੰਦੀ ਹੈ। ਇਸ ਤਰ੍ਹਾਂ ਇਸਤਰੀ ਇਕਾਂਗੀ ਵਿੱਚ ਇੱਕ ਮੱਧ ਵਰਗੀ ਸੋਚ ਵਾਲੀ, ਮਿਹਨਤ ਦੀ ਕਦਰ ਕਰਨ ਵਾਲੀ ਅਤੇ ਗਰੀਬ ਦੇ ਹੱਕ ਵਿੱਚ ਬੋਲਣ ਵਾਲੀ ਔਰਤ ਦੇ ਰੂਪ ਵਿੱਚ ਸਾਹਮਣੇ ਆਉਂਦੀ ਹੈ। ਤਾਂ ਇਹ ਸੀ ਸਾਡਾ ਇਸ ਇਕਾਂਗੀ ਦੇ ਜ਼ਰੂਰੀ ਪ੍ਰਸ਼ਨ ਉੱਤਰ। ਮੈਨੂੰ ਉਮੀਦ ਹੈ ਤੁਹਾਨੂੰ ਇਹ ਇਕਾਂਗੀ ਸਮਝ ਆ ਗਈ ਹੈ ਤੇ ਨਾਲ ਹੀ ਤੁਸੀਂ ਇਸ ਵੀਡੀਓ ਦੀ ਸਹਾਇਤਾ ਨਾਲ ਇਸ ਦੇ ਸਾਰੇ ਜ਼ਰੂਰੀ ਪ੍ਰਸ਼ਨ ਉੱਤਰ ਹੱਲ ਕਰ ਲਵੋਗੇ। ਤੁਹਾਡਾ ਅਗਲਾ ਪਾਠ ਲੈ ਕੇ ਅਸੀਂ ਬਹੁਤ ਜਲਦੀ ਫਿਰ ਤੋਂ ਹਾਜ਼ਰ ਹੋਵਾਂਗੇ। ਉਦੋਂ ਤੱਕ ਇਸ ਵੀਡੀਓ ਨੂੰ ਲਾਈਕ ਤੇ ਆਪਣੇ ਹੋਰ ਦੋਸਤਾਂ ਨਾਲ ਸ਼ੇਅਰ ਕਰਨਾ ਨਾ ਭੁੱਲਿਓ। YouTube ਚੈਨਲ ਪੰਜਾਬੀ ਸਕੂਲ ਨੂੰ ਵੀ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਘੰਟੀ ਦਾ ਬਟਨ ਦਬਾਓ ਤਾਂ ਜੋ ਤੁਹਾਨੂੰ ਇਸ ਦੇ ਸਾਰੇ ਪਾਠ ਸਮੇਂ ਸਿਰ ਮਿਲ ਸਕਣ। ਰਮਨਦੀਪ ਕੌਰ ਨੂੰ ਦਿਓ ਇਜਾਜ਼ਤ। ਧੰਨਵਾਦ।